Today I will explain poem Animals by Walt Whitman. ਸਭ ਤੋਂ ਪਹਿਲੇ ਆਪਾਂ ਡਿਸਕਸ ਕਰਾਂਗੇ ਕਿ ਇਸ ਪੋਇਮ ਦੇ ਵਿੱਚ ਟਰਮਸ ਕਿਹੜੀਆਂ-ਕਿਹੜੀਆਂ ਯੂਜ਼ ਹੋਈਆਂ ਨੇ। ਸੋ ਲੈਟਸ ਸਟਾਰਟ। ਫਸਟ ਲਿਟਰੇਰੀ ਟਰਮ ਯੂਜ਼ ਹੋਈ ਹੈ ਐਲੀਟ੍ਰੇਸ਼ਨ। ਐਲੀਟ੍ਰੇਸ਼ਨ ਮੀਨਸ ਜਿਹਦੇ ਵਿੱਚ ਫਸਟ ਕੌਨਸੋਨੈਂਟ ਲੈਟਰ ਹੈ ਜੋ ਰਿਪੀਟ ਹੋ ਰਿਹਾ। ਓਕੇ, ਫਸਟ ਲੈਟਰ ਜੋ ਰਿਪੀਟ ਹੋ ਰਿਹਾ ਉਸਨੂੰ ਕੀ ਕਹਿੰਦੇ ਆ? ਐਲੀਟ੍ਰੇਸ਼ਨ। ਐਂਡ ਸੈਕਿੰਡ ਟਰਮ ਰੈਪੀਟੀਸ਼ਨ। ਰੈਪੀਟੀਸ਼ਨ ਟਰਮ ਯੂਜ਼ ਹੋਈ ਹੈ। ਰੈਪੀਟੀਸ਼ਨ ਮੀਨਸ ਜਿਹਦੇ ਵਿੱਚ ਫਰੇਜ਼ਿਸ, ਲਾਈਨਸ ਔਰ ਵਰਡਸ ਰਿਪੀਟ ਹੋਣ, ਉਹ ਕਿਹੜੀ ਟਰਮ ਹੈ? ਰੈਪੀਟੀਸ਼ਨ। ਫਸਟ ਟਰਮ ਇਜ਼ ਐਲੀਟ੍ਰੇਸ਼ਨ, ਜਿਹਦੇ ਵਿੱਚ ਕੌਨਸੋਨੈਂਟ ਅਲਫਾਬੈਟ ਜੋ ਲੈਟਰ ਹੈ ਫਸਟ ਉਹ ਰਿਪੀਟ ਹੋਵੇ, ਠੀਕ ਹੈ, ਉਹਨੂੰ ਕੀ ਕਹਿੰਦੇ ਆ? ਐਲੀਟ੍ਰੇਸ਼ਨ। ਐਂਡ ਦ ਸੈਕਿੰਡ ਇਜ਼ ਰੈਪੀਟੀਸ਼ਨ, ਜਿਹਦੇ ਵਿੱਚ ਵਰਡਸ, ਲਾਈਨ, ਫਰੇਜ਼ਿਸ ਰਿਪੀਟ ਹੋਣ, ਉਸਨੂੰ ਕੀ ਕਹਿੰਦੇ ਆ? ਰੈਪੀਟੀਸ਼ਨ। ਥਰਡ ਟਰਮ ਯੂਜ਼ ਹੋਈ ਆ ਮੈਟਾਫਰ। ਮੈਟਾਫਰ ਦੇ ਵਿੱਚ ਕੀ ਹੁੰਦਾ ਹੈ? ਜਿਸ ਤਰ੍ਹਾਂ ਟਰਮ ਹੈ ਇੱਕ ਸਿਮਿਲੀ। ਸਿਮਿਲੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲਾਈਕ ਔਰ ਐਜ਼ ਵਰਡ ਯੂਜ਼ ਕੀਤਾ ਹੁੰਦਾ, ਠੀਕ ਹੈ ਬੇਟਾ, ਲਾਈਕ ਔਰ ਐਜ਼ ਵਰਡ ਯੂਜ਼ ਕੀਤਾ ਹੁੰਦਾ ਹੈ। ਯਾਨੀ ਕਿ ਉਹਦੇ ਵਿੱਚ ਕਿਹਾ ਦੱਸਿਆ ਜਾਂਦਾ ਹੈ ਕਿ ਸਿਮਿਲੀ ਦੇ ਵਿੱਚ ਇਹ ਸਾਨੂੰ ਪਰਸੋਨੀਫਾਈ ਕੀਤਾ ਜਾਂਦਾ ਹੈ ਕਿ ਇੱਕ ਸ਼ੇਰ ਦੀ ਤਰ੍ਹਾਂ ਉਹ ਗੁਰਾਉਂਦਾ ਹੈ, ਠੀਕ ਹੈ। ਬਟ ਮੈਟਾਫਰ ਦੇ ਵਿੱਚ ਕੀ ਹੋ ਜਾਂਦਾ ਹੈ ਕਿ ਉਹ ਸ਼ੇਰ ਦੀ ਤਰ੍ਹਾਂ ਹੀ ਹੈ, ਕਿ ਸ਼ੇਰ ਹੀ ਹੈ, ਠੀਕ ਹੈ। ਇਹ ਨਹੀਂ ਹੈ ਕਿ ਤਰ੍ਹਾਂ ਨਹੀਂ ਕਹਿਣਾ ਆਪਾਂ ਨੇ, ਸ਼ੇਰ ਹੀ ਹੈ। ਮੈਟਾਫਰ ਦੇ ਵਿੱਚ ਐਗਜ਼ੈਕਟਲੀ ਉਸਨੂੰ ਉਹ ਚੀਜ਼ ਕਹਿ ਦਿੱਤੀ ਜਾਂਦੀ ਹੈ। ਔਰ ਸਿਮਿਲੀ ਦੇ ਵਿੱਚ ਕੀ ਹੁੰਦਾ ਕਿ ਸ਼ੇਰ ਦੀ ਤਰ੍ਹਾਂ ਬਹਾਦਰ ਹੈ, ਇਹ ਕਹਿ ਸਕਦੇ ਹਾਂ ਆਪਾਂ। ਮੈਟਾਫਰ 'ਚ ਕੀ ਹੈ ਕਿ ਤੂੰ ਤਾਂ ਸ਼ੇਰ ਹੈ, ਠੀਕ ਹੈ। ਇਹ ਚੀਜ਼ਾਂ ਯੂਜ਼ ਹੁੰਦੀਆਂ ਨੇ। ਆਵਰ ਨੈਕਸਟ ਟਰਮ ਐਨਾਫੋਰਾ, ਠੀਕ ਹੈ। ਐਨਾਫੋਰਾ ਮੀਨਸ ਰੈਪੀਟੇਸ਼ਨ। ਰੈਪੀਟੇਸ਼ਨ ਕਿਸ ਤਰ੍ਹਾਂ? ਜਿਸ ਤਰ੍ਹਾਂ ਇਸ ਸਟੈਂਜ਼ਾ ਦੇ ਵਿੱਚ ਹੈ ਦੇ ਡੋਂਟ, ਦੇ ਡੋਂਟ, ਦੇ ਡੋਂਟ, ਠੀਕ ਹੈ ਜੀ। ਇਸ ਤਰ੍ਹਾਂ ਇਸ ਟਰਮ ਨੂੰ ਕੀ ਕਿਹਾ ਜਾਂਦਾ ਹੈ? ਐਨਾਫੋਰਾ। ਯਾਨੀ ਕਿ ਐਨਾਫੋਰਾ ਗ੍ਰੀਕ ਮੀਨਿੰਗ ਕੀ ਹੈ? ਰੈਪੀਟੇਸ਼ਨ। ਤੇ ਨੈਕਸਟ ਟਰਮ ਯੂਜ਼ ਹੋਈ ਹੈ ਪਨ। ਪਨ ਮੀਨਸ ਵਰਡ ਦਾ ਡਬਲ ਮੀਨਿੰਗ ਹੋਵੇ, ਠੀਕ ਹੈ ਜੀ। ਡਬਲ ਮੀਨਿੰਗ ਹੋਵੇ ਕਿਸੇ ਵੀ ਵਰਡ ਦਾ, ਜਿਵੇਂ ਲੌਂਗ ਔਰ ਲੌਂਗ। ਇੱਕ ਲੌਂਗ ਤਾਂ ਯੂਜ਼ ਕੀਤਾ ਗਿਆ ਕਿ ਹਾਂ ਪੋਇਟ ਹੈ ਜੋ ਉਹ ਲੰਮੇ ਸਮੇਂ ਤੱਕ ਐਨੀਮਲਸ ਨੂੰ ਦੇਖਦਾ ਰਿਹਾ, ਔਰ ਕੀ ਚਾਹੁੰਦਾ ਉਹ ਕਿ ਉਹ ਲੌਂਗ ਟਾਈਮ ਉਹਨਾਂ ਦੇ ਨਾਲ ਰਹੇ ਵੀ, ਠੀਕ ਹੈ ਜੀ। ਲੌਂਗ ਟੂ ਬੀ ਵਨ ਵਿਦ ਦੈਮ। ਲੌਂਗ ਮੀਨਸ ਇੱਕ ਤਾਂ ਲੰਬੇ ਸਮੇਂ ਲਈ ਯੂਜ਼ ਕੀਤਾ ਗਿਆ, ਦੂਸਰਾ ਕੀ ਹੈ? ਉਹਦੀ ਇੱਛਾ ਹੈ, ਠੀਕ ਹੈ। ਲੌਂਗ ਮੀਨਸ ਇੱਛਾ ਹੈ ਉਹਦੀ। ਸੋ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਟਰਮਸ ਯੂਜ਼ ਹੋਈਆਂ ਨੇ। ਐਲੀਟ੍ਰੇਸ਼ਨ ਟਰਮ ਯੂਜ਼ ਹੋਈ ਹੈ, ਰੈਪੀਟੇਸ਼ਨ ਯੂਜ਼ ਹੋਈ ਹੈ, ਮੈਟਾਫਰ ਯੂਜ਼ ਹੋਈ ਹੈ, ਦੈਨ ਐਨਾਫੋਰਾ ਯੂਜ਼ ਹੋਈ ਹੈ, ਪਨ ਟਰਮ ਯੂਜ਼ ਹੋਈ ਹੈ ਕਿ ਐਨੀਮਲ ਪੋਇਮ ਦੇ ਵਿੱਚ। ਹੁਣ ਆਪਾਂ ਪੋਇਮ ਸਟਾਰਟ ਕਰਦੇ ਹਾਂ। ਪੋਇਮ ਦੀ ਰਾਈਮ ਸਕੀਮ, ਕੋਈ ਰਾਈਮ ਸਕੀਮ ਨਹੀਂ ਹੈ ਪੋਇਮ ਦੀ। ਲਾਸਟ ਦੇਖ ਸਕਦੇ ਹੋ ਤੁਸੀਂ, ਪੋਇਮ ਦੇ ਬਿਲਕੁਲ ਲਾਸਟ ਦੇ ਵਿੱਚ ਕੋਈ ਵੀ ਵਰਡ ਜਾਂ ਲੈਟਰ ਹੈ ਜੋ ਸਾਊਂਡ ਹੈ ਜੋ ਨਹੀਂ ਮੈਚ ਕਰ ਰਹੀ, ਠੀਕ ਹੈ ਜੀ। ਇਸ ਲਈ ਪੋਇਮ ਹੈ ਜੋ ਉਹ ਫ੍ਰੀ ਵਰਸ ਦੇ ਵਿੱਚ ਲਿਖੀ ਗਈ ਹੈ। ਤੇ ਹੁਣ ਆਪਾਂ ਇਹਦੀ ਐਕਸਪਲੇਨੇਸ਼ਨ ਦੇਖਦੇ ਹਾਂ। I think I could turn and live with animals. They are so placid and self-contained. I stand and look at them long and long. ਪੋਇਮ ਦੇ ਵਿੱਚ ਕੀ ਦੱਸਿਆ ਗਿਆ? ਹਿਊਮਨ ਬੀਇੰਗਸ ਔਰ ਐਨੀਮਲਸ ਨੂੰ ਰਿਲੇਟ ਕੀਤਾ ਗਿਆ ਕਿ ਹਿਊਮਨ ਬੀਇੰਗ ਕਿਸ ਤਰ੍ਹਾਂ ਨੇ ਔਰ ਐਨੀਮਲਸ ਕਿਸ ਤਰ੍ਹਾਂ ਨੇ, ਠੀਕ ਹੈ। ਪੋਇਟ ਕੀ ਕਹਿੰਦਾ ਕਿ ਉਹ ਐਨੀਮਲ ਬਣ ਜਾਏ, ਠੀਕ ਹੈ, ਇੱਕ ਐਨੀਮਲ ਦੀ ਤਰ੍ਹਾਂ ਐਨੀਮਲਸ ਦੇ ਨਾਲ ਹੀ ਰਹੇ। ਐਨੀਮਲਸ ਕੀ ਨੇ? ਬਹੁਤ ਹੀ ਜ਼ਿਆਦਾ ਕਾਮ ਹੁੰਦੇ ਨੇ, ਪਲੇਸਿਡ ਹੁੰਦੇ ਨੇ, ਅਤੇ ਆਪਣੇ ਆਪ 'ਤੇ ਉਹਨਾਂ ਦਾ ਪੂਰਾ ਕੰਟਰੋਲ ਹੁੰਦਾ, ਠੀਕ ਹੈ। ਇਹ ਨਹੀਂ ਹੈ ਕਿ ਅਗਰ ਉਹਨਾਂ ਦੇ ਨਾਲ ਕਿਸੇ ਨੇ ਲੜਾਈ ਕਰ ਲਈ ਹੈ ਤਾਂ ਉਹ ਵੀ ਬਦਲਾ ਲੈਣ, ਇੱਦਾਂ ਨਹੀਂ, ਠੀਕ ਹੈ। ਯਾਨੀ ਕਿ ਹਿਊਮਨ ਬੀਇੰਗਸ ਦੇ ਵਿੱਚ ਇਹ ਚੀਜ਼ ਹੈ ਜਿਹੜੀ ਉਹ ਹਮੇਸ਼ਾ ਰਹਿੰਦੀ ਹੈ ਕਿ ਹਾਂ ਉਹ ਮੇਰੇ ਤੋਂ ਵੱਡਾ ਕਿਵੇਂ ਬਣ ਗਿਆ। ਜੇ ਉਹਨੇ ਅੱਜ ਬੁਲਟ ਲਿਆ, ਬੁਲਟ ਮੋਟਰਸਾਈਕਲ ਲਿਆ ਹੈ ਤਾਂ ਮੈਂ ਵੀ ਮੋਟਰਸਾਈਕਲ ਲਵਾਂ। ਜੇ ਅਗਰ ਉਹਨੇ ਕਾਰ ਲਈ ਹੈ ਤਾਂ ਮੈਂ ਵੀ ਕਾਰ ਲਵਾਂ। ਹਿਊਮਨ ਬੀਇੰਗਸ ਦੇ ਵਿੱਚ ਇਹ ਜੋ ਚੀਜ਼ ਹੈ ਉਹ ਚੱਲਦੀ ਰਹਿੰਦੀ ਹੈ, ਔਰ ਐਨੀਮਲਸ ਦੇ ਵਿੱਚ ਇਹ ਚੀਜ਼ ਨਹੀਂ ਹੈ। ਇਸ ਲਈ ਪੋਇਟ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਵੀ ਐਨੀਮਲਸ ਦੀ ਤਰ੍ਹਾਂ ਬਣ ਜਾਵਾਂ ਅਤੇ ਉਹਨਾਂ ਦੇ ਨਾਲ ਰਹਾਂ, ਠੀਕ ਹੈ, ਔਰ ਲੰਮੇ ਸਮੇਂ ਤੱਕ ਉਹਨਾਂ ਨੂੰ ਦੇਖਦਾ ਰਹਾਂ, ਠੀਕ ਹੈ ਜੀ, ਔਰ ਐਨੀਮਲ ਹੀ ਬਣ ਜਾਵਾਂ।
In this stanza, the poet expresses his desire to turn away from human beings, ठीक है, कि human beings तो दूर चले जावे, and live with animals, animals ਦੇ ਨਾਲ ਰਹੇ, because he feels that animals are calm, quiet and contented, ठीक है। ਉਹ ਕੀ ਕਹਿ ਰਿਹਾ poet ਹੈ ਜੋ ਕਿ ਐਨੀਮਲਸ ਨੇ ਬਹੁਤ ਜ਼ਿਆਦਾ ਕਾਮ ਹੁੰਦੇ ਨੇ, ਕੁਆਇਟ ਹੁੰਦੇ ਨੇ, ਕੰਟੈਂਟਡ ਮੀਨ ਸੈਟਿਸਫਾਈ ਹੁੰਦੇ ਨੇ। The poet indirectly comments on the restlessness, greed and dissatisfaction among human beings. Poet indirectly comments ਕਿਹਨਾਂ ਤੇ ਕਰ ਰਿਹਾ, ਠੀਕ ਹੈ, ਕਿ ਹਿਊਮਨ ਬੀਂਗਸ ਦੇ ਵਿੱਚ ਆ ਜਿਹੜੀ ਰੈਸਟਲੈਸਨੈਸ ਦੀ ਫੀਲਿੰਗ ਹੁੰਦੀ ਹੈ, ਗਰੀਡ ਹੁੰਦੀ ਹੈ, ਲਾਲਚ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ 'ਚ, ਠੀਕ ਹੈ, ਡਿਸਸੈਟਿਸਫੈਕਸ਼ਨ ਦੀ ਫੀਲਿੰਗਸ ਨੇ ਜਿਹੜੀਆਂ ਉਹ ਹਿਊਮਨ ਬੀਂਗ ਦੇ ਵਿੱਚ ਹੁੰਦੀਆਂ ਨੇ, ਜਦ ਕਿ ਐਨੀਮਲਸ ਦੇ ਵਿੱਚ ਇਸ ਤਰ੍ਹਾਂ ਦੀਆਂ ਫੀਲਿੰਗਸ ਨਹੀਂ ਹੁੰਦੀਆਂ। ਹੀ ਇਜ਼ ਸੋ ਮਚ ਇੰਪ੍ਰੈਸਡ ਬਾਏ ਦ ਨੈਚੁਰਲ ਕੁਆਲਿਟੀਜ਼ ਆਫ ਐਨੀਮਲਸ ਦੈਟ ਹੀ ਪ੍ਰੈਫਰ ਟੂ ਲਿਵ ਅਮੰਗ ਦੈਮ। ਇਸ ਲਈ ਪੋਇਟ ਹੈ ਜੋ ਐਨੀਮਲਸ ਦੀਆਂ ਇਸ ਨੈਚੁਰਲ ਕੁਆਲਿਟੀਜ਼ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੁੰਦਾ ਅਤੇ ਉਹਨਾਂ ਦੇ ਨਾਲ ਹੀ ਰਹਿਣ ਦੀ ਇੱਛਾ ਰੱਖਦਾ ਹੈ। ਹੀ ਗੇਜ਼ਿਜ਼ ਐਟ ਦ ਐਨੀਮਲਸ ਫॉर ਅ ਵੈਰੀ ਲੌਂਗ ਟਾਈਮ, ਕਿ ਪੋਇਟ ਹੈ ਜੋ ਐਨੀਮਲਸ ਨੂੰ ਲੌਂਗ ਟਾਈਮ ਉਹਨਾਂ ਨੂੰ ਦੇਖਣਾ ਚਾਹੁੰਦਾ ਐਂਡ ਡਿਜ਼ਾਇਰਸ ਟੂ ਬੀ ਵਿਦ ਦੈਮ, ਅਤੇ ਉਹਦੀ ਇੱਛਾ ਹੈ ਕਿ ਹਮੇਸ਼ਾ ਉਹ ਐਨੀਮਲਸ ਦੇ ਨਾਲ ਹੀ ਰਹੇ। ਐਂਡ ਅਵਰ ਨੈਕਸਟ ਸਟੈਂਜ਼ਾ, ਦੇ ਡੂ ਨਾਟ ਸਵੈਟ ਐਂਡ ਵਾਈਨ, ਸਵੈਟ ਐਂਡ ਵਾਈਨ ਮੀਨਸ ਕਰਾਈ ਅਬਾਊਟ ਦੇਅਰ ਕੰਡੀਸ਼ਨ। ਐਨੀਮਲਸ ਨੇ ਜਿਸ ਤਰ੍ਹਾਂ ਦੀ ਕੰਡੀਸ਼ਨ 'ਚ ਰਹਿ ਰਹੇ ਨੇ, ਦੇ ਆਰ ਸੈਟਿਸਫਾਈਡ, ਉਹ ਕਰਾਈ ਨਹੀਂ ਕਰਦੇ। ਦੇ ਡੂ ਨਾਟ ਲਾਈ ਅਵੇਕ ਇਨ ਦ ਡਾਰਕ ਐਂਡ ਵੀਪ ਫॉर देयर सिंस, ठीक है जी, कि जिस तरह इंसान है कोई ਉਹਨੂੰ ਪ੍ਰੋਬਲਮ ਆਉਂਦੀ ਹੈ, ਠੀਕ ਹੈ, ਤਾਂ ਉਹ ਡਾਰਕ ਰੂਮ 'ਚ ਜਾ ਕੇ ਲੇਟ ਜਾਂਦਾ ਹੈ, ਰੋਣਾ ਸਟਾਰਟ ਕਰਦਾ ਹੈ ਕਿ ਹਾਂ ਪਰਮਾਤਮਾ ਨੇ ਮੇਰੇ ਨਾਲ ਹੀ ਕਿਉਂ ਕੀਤਾ, ਠੀਕ ਹੈ। ਦੇ ਡੂ ਨਾਟ ਮੇਕ ਮੀ ਸਿਕ ਡਿਸਕਸਿੰਗ ਦੇਅਰ ਡਿਊਟੀ ਟੂ ਗੋਡ, ਔਰ ਐਨੀਮਲਸ ਨੂੰ ਇਹ ਨਹੀਂ ਹੁੰਦਾ ਕਿ ਹਾਂ ਪਰਮਾਤਮਾ ਨੇ ਮੇਰੇ ਨਾਲ ਇਹ ਕਿਉਂ ਕੀਤਾ, ਠੀਕ ਹੈ। ਐਨੀਮਲਸ ਨੇ ਜਿਹੜੇ ਉਹ ਕਦੀ ਵੀ ਸਿੱਕ ਨਹੀਂ ਹੁੰਦੇ ਇਸ ਚੀਜ਼ ਤੋਂ, ਪਰਮਾਤਮਾ ਨੂੰ ਕਦੀ ਵੀ ਦੋਸ਼ ਨਹੀਂ ਦਿੰਦੇ। Not one is dissatisfied, not one is demented with the mania of owning things. Poet continues with his appreciation of animals in contrast of human beings. यानी poet praise कर रहा है animals ਦੀ ਕਿਤੇ comparatively human beings, कि animals ने ਜਿਹੜੇ human beings ਤੋਂ better ਨੇ। The animals according to Walt Whitman are satisfied about their lot and never crave for anything. Animals ਨੇ ਜੋ Walt Whitman ਦੇ ਅਕੋਰਡਿੰਗ ਉਹ ਸੈਟਿਸਫਾਈ ਹੁੰਦੇ ਨੇ ਜੋ ਵੀ ਉਹਨਾਂ ਕੋਲ ਹੈ, ਉਹਨਾਂ ਦੇ ਕੋਲ ਕੋਈ ਵੀ ਹੋਰ ਚੀਜ਼ ਪਾਉਣ ਦੀ ਇੱਛਾ ਨਹੀਂ ਹੁੰਦੀ ਉਹਨਾਂ ਨੂੰ, ਐਨੀਮਲਸ ਨੂੰ। ਐਜ਼ ਦੇ ਆਰ ਇਨੋਸੈਂਟ, ਐਨੀਮਲਸ ਨੇ ਜੋ ਬਹੁਤ ਇਨੋਸੈਂਟ ਹੁੰਦੇ ਨੇ। ਦੇ ਡੂ ਨਾਟ ਹੈਵ ਟੂ ਸਪੈਂਡ ਸਲੀਪਲੈਸ ਨਾਈਟ, ਨਹੀਂ ਸਪੈਂਡ ਕਰਦੇ ਸਲੀਪਲੈਸ ਨਾਈਟਸ ਉਹਨਾਂ ਨੂੰ, ਯਾਨੀ ਕਿ ਕੋਈ ਟੈਨਸ਼ਨ ਨਹੀਂ ਹੁੰਦੀ। ਬਿਕੋਜ਼ ਦੇ ਡੂ ਨਾਟ ਕਮਿਟ ਕ੍ਰਾਈਮਸ ਔਰ ਸਿਨਸ, ਨਾ ਹੀ ਕੋਈ ਕ੍ਰਾਈਮ ਕਰਦੇ ਨੇ ਨਾ ਹੀ ਕੋਈ ਸਿਨ ਕਰਦੇ ਨੇ। ਐਂਡ ਦੇਅਰਫੋਰ ਦੇ ਡੋਂਟ ਹੈਵ ਟੂ ਰਿਪੀਟ ਦੇਅਰ ਐਕਸ਼ਨਸ, ਔਰ ਇਸ ਲਈ ਉਹ ਆਪਣੇ ਐਕਸ਼ਨਸ ਨੇ ਰਿਪੀਟ ਨਹੀਂ, ਰਿਪੈਂਟ, ਜੋ ਵੀ ਉਹਨਾਂ ਦੇ ਵਰਕ ਨੇ ਉਹਨਾਂ 'ਤੇ ਉਹਨਾਂ ਨੂੰ ਕੋਈ ਵੀ ਪਛਤਾਵਾ ਨਹੀਂ ਹੁੰਦਾ, ਕਿਉਂਕਿ ਉਹ ਕੋਈ ਕ੍ਰਾਈਮ ਨਹੀਂ ਕਰਦੇ, ਸਿਨ ਨਹੀਂ ਕਰਦੇ, ਇਸ ਲਈ ਉਹਨਾਂ ਨੂੰ ਕੋਈ ਵੀ ਪਛਤਾਵਾ, ਰਿਪੈਂਟ ਨਹੀਂ ਹੁੰਦਾ। ਬਿਕੋਜ਼ ਐਨੀਮਲਸ ਹੈਵ ਕਲੀਅਰ ਕੌਨਸ਼ੀਅਸ, ਐਨੀਮਲਸ ਨੇ ਜੋ ਉਹਨਾਂ ਦੇ ਕਲੀਅਰ ਪ੍ਰਿੰਸੀਪਲਸ ਹੁੰਦੇ ਨੇ, ਸਿਧਾਂਤ ਨੇ। ਦੇ ਡੋਂਟ ਪ੍ਰੇ ਟੂ ਗੋਡ ਫॉर ਫॉरगिवनेस, ਕਦੀ ਵੀ ਗੋਡ ਨੂੰ ਨਹੀਂ ਇਹ ਕਹਿੰਦੇ, ਮਾਫੀ ਦੇ ਲਈ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਗੋਡ ਨੂੰ ਕਹਿਣ ਲਈ, ਕਿਉਂਕਿ ਉਹ ਕੋਈ ਕ੍ਰਾਈਮ ਹੈ ਜੋ, ਸਿਨ ਹੈ ਜੋ ਨਹੀਂ ਕ੍ਰੀਏਟ ਕਰਦੇ। All the animals are contented and do not hanker after worldly materialistic possessions. ਐਨੀਮਲਸ ਨੇ ਜੋ ਉਹਨਾਂ ਕੋਲ ਹੈ ਉਹਦੇ ਨਾਲ ਸੈਟਿਸਫਾਈ ਨੇ, ਨਾ ਹੀ ਉਹਨਾਂ ਦੀ ਕੋਈ ਹੋਰ ਵਿਸ਼ ਹੁੰਦੀ ਹੈ ਕੋਈ ਵੀ ਹੋਰ ਮਟੀਰੀਅਲਿਸਟਿਕ ਪੋਜੀਸ਼ਨਸ, ਮਟੀਰੀਅਲਿਸਟਿਕ ਚੀਜ਼ਾਂ ਨੂੰ ਪਾਉਣ ਦੀ। The stanza is in fact a comment on the materialistic race among human beings to accumulate more and more. ਇਸ ਸਟੈਂਜ਼ਾ ਦੇ ਵਿੱਚ ਕੀ ਦੱਸਿਆ ਗਿਆ ਕਿ ਹਿਊਮਨ ਬੀਇੰਗ ਹੈ ਜੋ ਉਹਦੇ ਵਿੱਚ ਕੀ ਇੱਛਾ ਹੁੰਦੀ ਹੈ ਕਿ ਹਾਂ ਉਹਨੂੰ ਹੋਰ ਹੋਰ ਚੀਜ਼ਾਂ ਮਿਲੀ ਜਾਣ, ਹੋਰ ਮਤਲਬ ਉਹਨਾਂ ਹਿਊਮਨ ਬੀਇੰਗਸ ਦੀ ਕਰੇਵ ਹੈ ਜੋ ਵੀ ਉਹਨਾਂ ਦੀ ਕ੍ਰੇਵਿੰਗ, ਮਤਲਬ ਉਹ ਨਹੀਂ ਖਤਮ ਹੁੰਦੀ, ਪੂਰੀ ਲਾਈਫ ਵਿੱਚ ਚੀਜ਼ ਚੱਲਦੀ ਰਹਿੰਦੀ ਹੈ ਕਿ ਹਾਂ ਹਰੇਕ ਚੀਜ਼ ਉਹਨਾਂ ਦੇ ਲਈ ਵਿੱਚ ਪਾਗਲਪਨ ਹੁੰਦਾ ਇੱਕ ਚੀਜ਼ਾਂ ਨੂੰ ਪ੍ਰਾਪਤ ਕਰਨ ਦਾ। ਅਵਰ ਨੈਕਸਟ ਸਟੈਂਜ਼ਾ, not one kneels to another, not to his kind that lived thousands of years ago. Not one is respectable or unhappy over the whole earth. So they show their relations to me and I accept them.
they bring me tokens of myself, they evince them plainly in their possessions। इस पैराग्राफ सेंसर ਦੇ ਵਿੱਚ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਪੋਇਟ। ਦ ਪੋਇਟ ਵੌਟ ਵਿਟਮੈਨ ਵਾਂਟਸ ਟੂ ਗੋ ਐਂਡ ਲਿਵ ਵਿਦ ਐਨੀਮਲਸ, ਠੀਕ ਹੈ, ਐਨੀਮਲਸ ਦੇ ਨਾਲ ਰਹਿਣਾ ਪਸੰਦ ਕਰਦਾ ਬਿਕੋਜ਼ ਦੇ ਇੰਜੋਏ ਇਕੁਐਲਿਟੀ। ਕੀ ਦੇਖਦਾ ਕਿ ਐਨੀਮਲਸ ਦੇ ਵਿੱਚ ਜੋ ਇਕੁਐਲਿਟੀ ਬਹੁਤ ਹੈ, ਉਸ ਇਕੁਐਲਿਟੀ ਨੂੰ ਇੰਜੋਏ ਕਰਨਾ ਚਾਹੁੰਦਾ ਜੋ ਕਿ ਹਿਊਮਨ ਬੀਇੰਗਸ ਦੇ ਵਿੱਚ ਨਹੀਂ ਹੈ। ਐਂਡ ਨੋਬਡੀ ਹੈਜ਼ ਟੂ ਬੈਂਡ ਬਿਫੋਰ ਅਦਰਸ, ਅਤੇ ਕੋਈ ਵੀ ਹੈ ਇੱਕ ਐਨੀਮਲ ਦੂਸਰੇ ਐਨੀਮਲ ਦੇ ਅੱਗੇ ਬੈਂਡ ਨਹੀਂ ਹੁੰਦਾ, ਜਦ ਕਿ ਹਿਊਮਨ ਬੀਇੰਗਸ ਨੇ ਜੋ ਉਹ ਕਿਤੇ ਸੰਤਾਂ ਮਹਾਤਮਾ ਕੋਲ ਜਾਂਦੇ ਨੇ, ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ, ਠੀਕ ਹੈ, ਔਰ ਦੂਸਰਿਆਂ ਦੇ ਅੱਗੇ ਜਾ ਕੇ ਝੁਕਦੇ ਨੇ, ਉਹ ਚੀਜ਼ ਹੈ ਜੋ ਐਨੀਮਲਸ ਦੇ ਵਿੱਚ ਨਹੀਂ ਹੈ। ਐਨੀਮਲਸ ਡੋਂਟ ਗੋ ਬਿਫੋਰ ਐਨੀ ਸੇਂਟਸ ਔਰ ਦੇਅਰ ਐਨਸੈਸਟਰਸ ਹੂ ਲਿਵਡ ਅ ਲੌਂਗ ਟਾਈਮ ਬੈਕ ਇਨ ਦ ਪਾਸਟ ਏਸ਼ੀਅਨ ਟਾਈਮਸ, ਠੀਕ ਹੈ, ਐਨੀਮਲਸ ਨੇ ਜੋ ਸੇਂਟਸ ਐਨਸੈਸਟਰਸ ਦੇ ਅੱਗੇ ਨਹੀਂ ਝੁਕਦੇ। ਆਲ ਦ ਐਨੀਮਲਸ ਹੈਵ ਸੱਚ ਅ ਸੈਂਸ ਆਫ ਇਕੁਐਲਿਟੀ, ਸਾਰੇ ਐਨੀਮਲਸ ਦੇ ਵਿੱਚ ਕੀ ਹੁੰਦੀ ਹੈ, ਇਕੁਐਲਿਟੀ ਵਾਲੀ ਸੈਂਸ ਹੁੰਦੀ ਹੈ। ਦੈਟ ਨਨ ਕਲੇਮ ਰਿਸਪੈਕਟ ਫਰੋਮ ਅਦਰਸ, ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਹਾਂ ਮੈਨੂੰ ਉਹਦੇ ਤੋਂ ਰਿਸਪੈਕਟ ਨਹੀਂ ਮਿਲੀ, ਜਦ ਕਿ ਹਿਊਮਨ ਬੀਇੰਗਸ ਦੇ ਵਿੱਚ ਇਹ ਚੀਜ਼ ਹਮੇਸ਼ਾ ਰਹਿੰਦੀ ਹੈ ਕਿ ਹਾਂ ਉਹਨੇ ਮੇਰੀ ਰਿਸਪੈਕਟ ਨਹੀਂ ਕੀਤੀ, ਚਾਰ ਬੰਦਿਆਂ ਦੇ ਵਿੱਚ ਖੜੇ ਵੀ ਮੇਰੀ ਬੇਇੱਜ਼ਤੀ ਕਰਤੀ, ਇਹ ਚੀਜ਼ਾਂ ਹਿਊਮਨ ਬੀਇੰਗਸ ਦੇ ਵਿੱਚ ਨੇ ਚੱਲਦੀਆਂ ਰਹਿੰਦੀਆਂ ਨੇ। ਐਂਡ ਨਨ ਇਜ਼ ਬਰਡਨ ਵਿਦ ਸੋਰੋ, ਕੋਈ ਵੀ ਇਹ ਨਹੀਂ ਹੈ ਕਿ ਹਾਂ ਬਹੁਤ ਜ਼ਿਆਦਾ ਦੁੱਖ ਦਾ ਭਾਰ ਹੈ ਐਨੀਮਲਸ 'ਤੇ। ਦ ਪੋਇਟ ਐਪਰੀਸ਼ੀਏਟਸ ਦ ਰਿਲੇਸ਼ਨਸ ਆਫ ਐਨੀਮਲਸ, ਪੋਇਟ ਹੈ ਜੋ ਐਪਰੀਸ਼ੀਏਟ ਕਰ ਰਿਹਾ ਉਹਨਾਂ ਦੇ ਰਿਲੇਸ਼ਨਸ ਨੂੰ ਐਨੀਮਲਸ ਦੇ। ਐਂਡ ਬਿਲੀਵਸ ਦੈਟ ਵੰਸ ਦ ਕੁਆਲਿਟੀਜ਼ ਫਾਊਂਡ ਇਨ ਐਨੀਮਲਸ ਵਰ ਹਿਊਮਨ ਕੁਆਲਿਟੀਜ਼, ਠੀਕ ਹੈ, ਜੋ ਇਹ ਕੁਆਲਿਟੀਜ਼ ਨੇ ਐਨੀਮਲਸ ਦੇ ਵਿੱਚ ਨੇ, ਇੱਕ ਟਾਈਮ ਸੀ ਕਿ ਹਿਊਮਨ ਬੀਇੰਗ ਦੀਆਂ ਕੁਆਲਿਟੀਜ਼ ਸੀਗੀਆਂ ਜੋ ਕਿ ਅੱਜ ਕੱਲ੍ਹ ਕਿਹਨਾਂ ਦੇ ਵਿੱਚ ਮਿਲ ਰਹੀਆਂ ਨੇ, ਐਨੀਮਲਸ ਦੇ ਵਿੱਚ ਮਿਲ ਰਹੀਆਂ ਨੇ। ਹਿਊਮਨ ਬੀਇੰਗਸ ਹੈਵ ਗਿਵਨ ਅਪ ਦੀਜ਼ ਵਰਚੂਜ਼, ਹਿਊਮਨ ਬੀਇੰਗ ਹੈ ਜੋ ਉਹਨੇ ਇਸ ਵਰਚੂਜ਼ ਨੂੰ, ਇਹਨਾਂ ਗੁਣਾਂ ਨੂੰ ਛੱਡ ਦਿੱਤਾ ਅੱਜ ਦੇ ਟਾਈਮ ਦੇ ਵਿੱਚ। ਬਟ ਐਨੀਮਲਸ ਹੈਵ ਪ੍ਰੀਜ਼ਰਵ ਦੈਮ, ਪਰ ਐਨੀਮਲਸ ਦੇ ਵਿੱਚ ਇਹ ਚੀਜ਼ਾਂ ਨੇ, ਅੱਜ ਵੀ ਐਨੀਮਲਸ ਨੇ ਇਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ। ਐਨੀਮਲਸ ਦੇ ਵਿੱਚ ਇਹ ਸਾਰੀਆਂ ਕੁਆਲਿਟੀਜ਼ ਅਸੀਂ ਦੇਖ ਸਕਦੇ ਹਾਂ। ਨੈਕਸਟ, ਆਈ ਵੰਡਰ ਵੇਅਰ ਦੇ ਗੈਟ ਦੋਜ਼ ਟੋਕਨਸ, ਡਿਡ ਆਈ ਪਾਸ ਦੈਟ ਵੇ ਹਿਊਜ ਟਾਈਮਸ ਅਗੋ ਐਂਡ ਨੈਗਲੀਜੈਂਟਲੀ ਡਰੌਪ ਦੈਮ। In this stanza, I stands for not only the poet or the narrator, ਨਾ ਹੀ poet ਦੇ ਲਈ I use ਕੀਤਾ ਗਿਆ alphabet, ਨਾ ਹੀ narrator ਦੇ ਲਈ, but for human beings in general, ਕਿਹਦੇ ਲਈ use ਕੀਤਾ ਗਿਆ, human beings ਦੇ ਲਈ। The poet believes that in good old times, poet ਦਾ ਵਿਸ਼ਵਾਸ ਕੀ ਹੈ ਕਿ ਅੱਛੇ ਪੁਰਾਣੇ ਟਾਈਮ ਦੇ ਵਿੱਚ human beings had the virtues of modesty, contentment, innocence, selflessness, etc. ਇਹ ਸਾਰੀਆਂ ਕੁਆਲਿਟੀਜ਼ ਨੇ ਜੋ ਇਹ ਹਿਊਮਨ ਬੀਇੰਗਸ ਦੇ ਵਿੱਚ ਹੁੰਦੀਆਂ ਸੀ। ਟੋਕਨ ਮੀਨਸ ਸਿੰਬਲ, ਠੀਕ ਹੈ, ਐਜ਼ ਅ ਸਿੰਬਲ ਯੂਜ਼ ਕੀਤਾ ਗਿਆ ਇਹਨਾਂ ਟਰਮਸ ਨੂੰ, ਠੀਕ ਹੈ ਜੀ, ਵਰਚੂਜ਼ ਨੂੰ, ਵਿਚ ਦੇ ਹੈਵ ਲੋਸਟ ਕੰਪਲੀਟਲੀ ਵਿਦ ਦ ਪੈਸੇਜ ਆਫ ਟਾਈਮ, ਬਟ ਟਾਈਮ ਨਿਕਲਦੇ ਇਹ ਸਾਰੀਆਂ ਕੁਆਲਿਟੀਜ਼ ਨੇ ਜੋ ਹਿਊਮਨ ਬੀਇੰਗ ਦੇ ਵਿੱਚੋਂ ਖਤਮ ਹੋ ਚੁੱਕੀਆਂ ਨੇ। ਇਹ ਕੁਆਲਿਟੀਜ਼ ਅੱਜ ਦੇ ਟਾਈਮ 'ਚ ਅਸੀਂ ਕਿਹਨਾਂ 'ਚ ਦੇਖ ਸਕਦੇ ਹਾਂ, ਐਨੀਮਲਸ ਦੇ ਵਿੱਚ। ਨਾਓ ਥੀਸ ਕੁਆਲਿਟੀਜ਼ ਆਰ ਟੂ ਬੀ ਫਾਊਂਡ ਅਮੰਗ ਐਨੀਮਲਸ। The poet remarks that animals have picked up these virtues traits. Poet ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਐਨੀਮਲਸ ਤੋਂ ਇਹ virtues trait ਨੇ ਜੋ ਕੁਆਲਿਟੀਜ਼ ਨੇ ਜੋ ਸਾਨੂੰ ਪਿਕ ਕਰਨੀਆਂ ਚਾਹੀਦੀਆਂ ਨੇ, which have dropped down by human beings, ਜੋ ਕਿ ਹਿਊਮਨ ਬੀਇੰਗ ਵੱਲੋਂ ਇਹ ਸਾਰੀਆਂ ਕੁਆਲਿਟੀਜ਼ ਛੱਡ ਦਿੱਤੀਆਂ ਗਈਆਂ ਨੇ। ਅੱਜ ਕੱਲ੍ਹ ਹਿਊਮਨ ਬੀਇੰਗ ਕੀ ਹੈ, ਬਹੁਤ ਜ਼ਿਆਦਾ ਸੈਲਫਿਸ਼ ਹੋ ਗਿਆ ਹੈ। The poet implies that animals have acquired the admirable traits while human beings have abandoned them completely. Poet ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਐਨੀਮਲਸ ਹੈ ਜੋ ਐਨੀਮਲਸ ਨੇ ਜੋ ਇਹ ਵਾਲੀਆਂ ਟ੍ਰੇਟਸ ਨੇ, ਕੁਆਲਿਟੀਜ਼ ਨੇ ਜੋ ਐਕਵਾਇਰ ਕੀਤੀਆਂ ਨੇ, ਜਦ ਕਿ ਜੋ ਹਿਊਮਨ ਬੀਇੰਗ ਹੈ ਉਹਨੇ ਕੁਆਲਿਟੀਜ਼ ਨੇ ਟੋਟਲੀ ਛੱਡ ਦਿੱਤੀਆਂ ਨੇ। ਇਸ ਲਈ ਪੋਇਟ ਹੈ ਜੋ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਐਨੀਮਲਸ ਦੇ ਕੋਲ ਜਾ ਕੇ ਰਹੇ, ਉਹਨਾਂ ਨੂੰ ਲੌਂਗ ਟਾਈਮ ਦੇਖੇ, ਜੋ ਉਹਨਾਂ ਦੀਆਂ ਕੁਆਲਿਟੀਜ਼ ਨੇ ਔਰ ਹਿਊਮਨ ਬੀਇੰਗਸ ਨੇ ਜੋ ਉਹਨਾਂ ਨੂੰ ਅਡੋਪਟ ਕਰਨ। ਥੈਂਕਸ ਐਂਡ ਹੈਵ ਅ ਗ੍ਰੇਟ ਡੇ।